ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਤੋਂ ਵਿਚਾਰ ਲੜੀ ਸਾਡੀ ਚੱਲ ਰਹੀ ਆ। ਇਹਨਾਂ ਲਿਖਾਰੀਆਂ ਦਾ ਵਨਨੁਕਾਤੀ ਪ੍ਰੋਗਰਾਮ ਹੈ ਕਿ ਕਿਵੇਂ ਨਾ ਕਿਵੇਂ ਗੁਰੂ ਸਾਹਿਬਾਨ ਦੀ ਸ਼ਖਸੀਅਤ ਨੂੰ ਦਾਗਦਾਰ ਬਣਾਉਣਾ। ਅੱਜ ਦਾ ਪ੍ਰਸੰਗ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਾਰੇ, ਬੀਬੀ ਕੌਲਾਂ ਜਿਸ ਦਾ ਸਿੱਖ ਇਤਿਹਾਸ ਵਿੱਚ ਕਈ ਜਗ੍ਹਾ ਜ਼ਿਕਰ ਆਉਂਦਾ, ਉਹ ਸਾਰਾ ਪ੍ਰਸੰਗ ਕਿਵੇਂ ਵਾਪਰਿਆ। ਮੈਂ ਅੱਜ ਦੀ ਵੀਡੀਓ ਬਣਾਉਣ ਲਈ ਮਜਬੂਰ ਕਿਉਂ ਹੋਇਆ। ਅੱਜ ਜੋ ਸਿੱਖ ਸਮਾਜ ਵਿੱਚ ਵਰਤਾਰਾ ਵਰਤ ਰਿਹਾ ਹੈ, ਅੰਮ੍ਰਿਤਪਾਲ ਸਿੰਘ ਵਾਲਾ ਐਪੀਸੋਡ ਔਰ ਉਸ ਦੇ ਸੰਬੰਧ ਵਿੱਚ ਸਿੱਖ ਨੌਜਵਾਨੀ ਦੀ ਮਾਨਸਿਕਤਾ, ਇਹ ਸਾਰਾ ਕੁਝ, ਇਸ ਸਾਰੇ ਕੁਝ ਦੀ ਜੜ ਕਿੱਥੇ ਹੈ। ਇਹ ਸਭ ਕੁਝ ਦੀ ਜੜ ਹੈ ਸਾਡੇ ਇਹ ਕਹੇ ਜਾਂਦੇ ਇਤਿਹਾਸਕ ਸਰੋਤ। ਇਹਦੇ ਵਿੱਚ ਗੁਰਬਿਲਾਸ ਪਾਤਸ਼ਾਹੀ ਛੇਵੀਂ ਅਤੇ ਗੁਰਪ੍ਰਤਾਪ ਸੂਰਜ ਗ੍ਰੰਥ ਖਾਸ ਤੌਰ 'ਤੇ ਜ਼ਿਕਰਯੋਗ ਹਨ। ਇਹਨਾਂ ਦੋਨਾਂ ਗ੍ਰੰਥਾਂ ਨੇ ਜਿੰਨਾ ਖਿਲਾਰਾ ਸਿੱਖ ਧਰਮ ਵਿੱਚ ਪਾਇਆ, ਸ਼ਾਇਦ ਹੀ ਕਿਸੇ ਹੋਰ ਗ੍ਰੰਥ ਨੇ ਪਾਇਆ ਹੋਵੇ। ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਵਿੱਚ ਜੜ ਹੈ ਸੂਰਜ ਪ੍ਰਕਾਸ਼ ਦਾ ਜੋ ਪੇੜ ਦਰਖਤ ਬਣਿਆ, ਉਸ ਦੀ ਜੜ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਹੈ। ਕੌਲਾਂ ਵਾਲਾ ਸਾਰਾ ਪ੍ਰਸੰਗ ਸ਼ੁਰੂ ਕਿਵੇਂ ਹੁੰਦਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਲਾਹੌਰ ਵਿੱਚ ਠਹਿਰੇ ਹੋਏ ਸਨ। ਜਹਾਂਗੀਰ ਦਾ ਰਾਜ ਸੀ। ਜਹਾਂਗੀਰ ਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਕਾਫੀ ਨੇੜ ਸੀ। ਜਹਾਂਗੀਰ ਉਸ ਸਮੇਂ ਕਸ਼ਮੀਰ ਨੂੰ ਚਲਾ ਗਿਆ। ਗੁਰੂ ਹਰਗੋਬਿੰਦ ਪਾਤਸ਼ਾਹ ਉੱਥੇ ਟਿਕੇ ਹੋਏ ਹਨ ਲਾਹੌਰ। ਗੁਰੂ ਸਾਹਿਬ ਦੇ ਕੋਲ ਸੰਗਤ ਆਉਂਦੀ ਹੈ। ਜੋ ਬਹੁਤ ਸਾਰੀਆਂ ਭੇਟਾਵਾਂ ਲੈ ਕੇ ਕਾਬਲ ਤੋਂ ਸੰਗਤ ਆਉਂਦੀ ਹੈ। ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ, ਇਸ ਗ੍ਰੰਥ ਦਾ ਕਰਤਾ ਸਾਰੇ ਲੜਾਈ ਝਗੜੇ, ਸਾਰਾ ਜੋ ਵਰਤਾਰਾ ਪੰਚਮ ਪਾਤਸ਼ਾਹ ਦੀ ਸ਼ਹੀਦੀ ਦਾ ਹੋਇਆ, ਉਸ ਸਭ ਕੁਝ ਦਾ ਕਾਰਨ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਦੱਸਦਾ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਇੱਕ ਕਲ ਨਾਂ ਦੀ ਸ਼ਕਤੀ ਜਾਂ ਕੀ ਚੀਜ਼ ਹੈ, ਉਸ ਨੂੰ ਆਪ ਭੇਜਿਆ ਸੀ ਕਿ ਜਾ ਕੇ ਚੰਦੂ ਦੇ ਘਰ ਜਨਮ ਲੈ। ਉਹ ਆਪ ਭੇਜਿਆ ਕਿਉਂ ਸੀ? ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਹਾਲੇ ਬਾਲ ਉਮਰ ਵਿੱਚ ਸਨ, ਬਹੁਤ ਸਾਰੀਆਂ ਜੋਗਣੀਆਂ ਫਰਿਆਦ ਲੈ ਕੇ ਆਈਆਂ ਸਨ ਕਿ ਬਹੁਤ ਵਰਸ਼ ਹੋ ਗਏ, ਕੋਈ ਲੜਾਈ ਨਹੀਂ ਹੋਈ, ਕੋਈ ਯੁੱਧ ਨਹੀਂ ਹੋਇਆ, ਸਾਡੀ ਖੁਰਾਕ ਖੂਨ ਹੈ ਅਤੇ ਸਾਨੂੰ ਖੂਨ ਚਾਹੀਦਾ ਹੈ, ਅਤੇ ਇਸ ਕਰਕੇ ਯੁੱਧ ਰਚੋਗੇ ਤਾਂ ਬਹੁਤ ਸਾਰੇ ਲੋਕ ਮਰਨਗੇ, ਉਹਨਾਂ ਦਾ ਖੂਨ ਅਸੀਂ ਪੀਣਾ। ਮਤਲਬ ਸਾਰੇ ਸਿੱਖ ਇਤਿਹਾਸ ਨੂੰ ਮਿਥਿਹਾਸਕ ਇਤਿਹਾਸ ਬਣਾ ਕੇ ਇਸ ਲਿਖਾਰੀ ਨੇ, ਜਿਸ ਦਾ ਨਾਮ ਭਗਤ ਸਿੰਘ ਦੱਸਿਆ ਜਾਂਦਾ, ਰੱਖ ਦਿੱਤਾ। ਸੋ ਕੱਲ ਪਹਿਲੇ ਤੇ ਉਸਨੇ ਜਨਮ ਲਿਆ ਚੰਦੂ ਦੇ ਘਰ। ਉਸ ਤੋਂ ਬਾਅਦ ਜਦੋਂ ਗੁਰੂ ਪੰਚਮ ਪਾਤਸ਼ਾਹ ਦੀ ਸ਼ਹੀਦੀ ਹੋ ਗਈ, ਫਿਰ ਇਹ ਲਿਖਾਰੀ ਉਸ ਕੱਲ ਨੂੰ ਗੁਰੂ ਜੋ ਕੱਲ ਜੋ ਪੈਦਾ ਹੋਈ ਸੀ ਚੰਦੂ ਦੇ ਘਰ, ਉਸ ਦੀ ਵੀ ਮੌਤ ਕਰ ਦਿੰਦਾ, ਚੰਦੂ ਦੀ ਲੜਕੀ ਦੀ। ਉਹ ਕੱਲ ਦੀ ਆਤਮਾ ਫਿਰ ਆਉਂਦੀ ਹੈ ਗੁਰੂ ਹਰਗੋਬਿੰਦ ਜੀ ਦੇ ਪਾਸ ਔਰ ਪੁੱਛਦੀ ਹੈ ਹੁਣ ਕੀ ਹੁਕਮ ਹੈ। ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਉਸ ਨੂੰ ਕਹਿੰਦੇ ਆ, ਤੂੰ ਜਾ ਕੇ ਹੁਣ ਜੋ ਸ਼ਾਹਜਹਾਂ ਹੈ ਉਸ ਦੇ ਅੰਦਰ ਵੜ ਜਾ। ਭਾਵ ਜਿਵੇਂ ਭੂਤ ਚੰਬੜ ਜਾਂਦੇ ਨਾ, ਤੂੰ ਉਸ ਦੇ ਅੰਦਰ ਜਾ ਕੇ ਖੁਰਾਖਾਤ ਮਚਾ। ਅਤੇ ਖੁਰਾਖਾਤ ਮਚਾਉਣ ਲਈ ਉਹ ਗੁਰੂ ਦਾ ਹੁਕਮ ਮੰਨ ਕੇ ਸ਼ਾਹਜਹਾਂ ਵਿੱਚ ਵੜ ਜਾਂਦੀ ਹੈ।
और उधरों काबल दे संगत बहुत सारिया भेटावां लैके आउंदी है। उहदे विचों एक सिख 1 लाख रुपए का घोड़ा लैके आउंदा। घोड़ा शाहजहां राह विच खो लैंदा ते सिख आके उसकी शिकायत गुरु हरगोबिंद पातशाह दे कोल करदा है। गुरु हरगोबिंद पातशाह सिख नूं कहिंदे ने तेरी जिहड़ी शरधा है वो पूरी होएगी, तेरी भेटा साडे को आ गई है, इस करके तू घबरा ना, घोड़ा साडे कोल पहुँच गया समझो। उधर घोड़ा शाहजहां दे कोल जाके बीमार हो जाता, तां 2-4 दिन दवा दारू करते ने, जद घोड़ा ठीक नहीं होंदा शाहजहां जिहड़ा परेशान हो के कि घोड़े ने मर जाना, तो इस घोड़े नूं वो अपने काजी रुस्तम खां नूं दान विच दे दिंदा, तोहफे विच दे दिंदा। और वो रुस्तम खां वो घोड़े नूं लैके जदों निकलदा है, वो उत्थों दी लंघदा जिथे गुरु हरगोबिंद पातशाह दा कैंप लगा होया सी। आओ कहानी सुनते हैं। काबल की संगत वो आई, अनगन पूजा आए चढ़ाई, भगत सिंह गुर दर्श निहारा, वल वल संगत पई अपारा। तब लो एक सिख चल आयो, तद काबल की संगत में एक सिख चल के आया। अगर अंचर ठाडा समहायो, तांका मन दलगीर दिखाई। गुरु साहब नूं उहदा सिख दा मन जिहड़ा बड़ा दुखी दिखाई दिता। हर गोबिंद बोले मुस्काई, मुस्करा के गुरु हरगोबिंद पातशाह बोले, क्या चिंता तो कहो पई, कहो सिख प्रगटाए। ये सिखा मूँह तो बोल के दस तैनू चिंता काहदी है। तां सिख बिनती करी, हे गुरु चिंत महाए, हे गुरु काबल माहे वसाऊं। मैं काबल च रहना ते मैनू पता लगा सी तुसी घोड़े ते शस्त्र मंगवा रहे हो, तो मैं जो सुन के हम खोजत पयो, असब बलायत ते असब लियो। मैं भी सोचा घोड़ा चढ़ा दियाँ, एक बलैती घोड़ा जिहड़ा वो मैं लिखिया खरीदिया, उहदी कीमत सी लाख मुल तांका दियो। मैं उहदा 1 लाख रुपया मुल तारिया। घोड़ा तुहाडी भेटा ले लैके आया सी, शाहजहां देख छीन लियो। शाहजहां ने देख के मेरे तो घोड़ा खो लिया है। आ सारी कहानी की जड़ अगे जदों तुसीं देखोगे गुरु हरगोबिंद साहब कोलों की कुछ ये कवि करवा रहा, और अज जो अमृतपाल सिंह का वरतारा पंजाब विच वरत रहा, उसनूं मिला के देखना कि किवें किस मतलब साडी सारी नौजवानी किवें गुमराह हुंदी है। क्योंकि इतिहास दे विच गुरुद्वारियां दे विच उन्हां नूं अजिहे प्रसंग अजिहियां कहानियां सुनाईयां जांदियां जिन्हां नूं सुन के वो रास्ते तो भटक जाते हैं। वो सोचते ने शायद सच्ची मुच्ची इवें इतिहास वापरिया। कहानी कुछ होर हुंदी है, कुछ होर बना के पेश कर दी गई। और साडे प्रचारकां ने वो कहानी ऊंज ही सुना दी। उस सिख नूं गुरु साहब ने धीरज दिती। शाहजहां दिख मन विसमायो, असम चरण एक बहुत लंघायो। घोड़ा जिहड़ा उसदा एक जिहड़ी लात्या वो लंगड़ी हो गई, भाव वो चल नहीं सी सकदा, बैठा रहिंदा सी, खड़ा नहीं सी हो सकदा। उसने ये सोच के ये घोड़ा होर घोड़ियां नूं भी खराब करेगा, उसने वो घोड़ा रुस्तम खां काजी तब आयो, शाहजहां तब ताहें सुनायो। तद उस वेले रुस्तम खां काजी शाहजहां दे कोल आया तो शाहजहां ने उसनूं कहा, तब काजी है देखियो जां की कीम अपार। उसने की किया, शाहजहां ने भाई ए घोड़ा तू ले जा। शाहजहां काजी को दीनो कर इलाज तुम राख परवीनो। शाहजहां बड़ा परेशान सी कि यह बीमार घोड़ा रख के मैं किहड़ी लड़ाई लड़न जावांगा। उसने अपने गलों फाहा लाया और नाले कहिंदे पुन नाले फलियां अपने नालों घरों बीमार घोड़ा कड्ढो, नाले काजी ते मेहरबानी कि उसनूं तोहफा मिलिया। सो वो घोड़ा वो काजी नूं दे दिता। तब काजी मन में सुख पायो, असब ले निज धाम सदायो। वो घोड़ा लैके
ਆਪਣੇ ਘਰ ਨੂੰ ਚੱਲ ਪਿਆ। ਜੇ ਠਾਂ ਬੈਠੇ ਲਾਏ ਦੀਵਾਨ, ਦਇਆ ਸਿੰਧ ਗੁਰ ਕਿਰਪਾ ਨਿਧਾਨ। ਲੈ ਕਾਜੀ ਹੈ ਅਗਰ ਸਿਧਾਇਓ, ਦੇਖ ਅਸਵ ਗੁਰ ਕੋ ਹਿਨ ਨਾਇਓ। ਜਿੱਥੇ ਗੁਰੂ ਸਾਹਿਬ ਦੀਵਾਨ ਲਾ ਕੇ ਬੈਠੇ ਸਨ, ਉੱਥੋਂ ਦੀ ਕਾਜੀ ਘੋੜਾ ਲੈ ਕੇ ਲੰਘਣ ਲੱਗਾ ਤੇ ਘੋੜਾ ਹਿਣਕਿਆ। ਜਦੋਂ ਘੋੜਾ ਹਿਣਕਿਆ ਤੇ ਉਹ ਸਿੱਖ ਨੇ ਘੋੜੇ ਨੂੰ ਪਛਾਣ ਲਿਆ। ਪੁਕਾਰਤ ਮਮ ਰਛਿਆ ਕਰੋ, ਜਾਵਤ ਸਿੱਖ ਦਿਖਾਏ। ਸ੍ਰੀ ਗੁਰੂ ਕੋ ਤਬ ਹੀ ਕਹਾ, ਇਹ ਘੋੜਾ ਪ੍ਰਭੂ ਜਾਏ। ਉਹ ਸਿੱਖ ਨੇ ਆਪਣੇ ਘੋੜੇ ਨੂੰ ਪਛਾਣ ਲਿਆ ਤੇ ਕਿਹਾ, ਗੁਰੂ ਜੀ ਮੇਰੀ ਰੱਖਿਆ ਕਰੋ, ਘੋੜਾ ਜਾ ਰਿਹਾ, ਉਸ ਨੂੰ ਲੈ ਲਓ। श्री सतगुरु ऐसे सुन पायो, कब काजी को निकट बुलायो। पूछा कहते घोरा आना, कब काजी अस वचन बखाना। शाहजहाँ कहते हैं लीनो, दुखी जान तिन मोको दीनो। श्री गुरु कहा काम ए तोरा, लेवो मोल मान वच मोरा। वो गुरु साहब ने काजी नूं पुछया भी घोड़ा कित्थों लिआया, कित्थे लैके जा रहे हो। दस्सिया भी शाहजहाँ कोल आया सी, बिमार है, ये घोड़ा शाहजहाँ ने मैनू दे दिता है तो मैं लैके इसनूं जा रहा हाँ। तो गुरु साहब कहते तेरे किस काम, ये घोड़ा सानू दे दो। कह काजी ये मोल बहु लाख कीम को आया। काजी कहता बड़ा महंगा घोड़ा 1 लाख का आया। अवे मोल ते चरण का आगे जो तुम दाए। कहना मतलब हुण इहदे पैर खराब है, अगे तुहाडी मर्जी है कि तुसी किन्ने पैसे देने चाहुंदे हो। काजी ने भी सोचा बीमार घोड़ा पता नहीं ठीक होना कि नहीं होना, चलो इसका कोई खरीददार मिलिया, घोड़ा बेच दिने आ। 20 सहंसर कहा गुरु दी लीजै, ये घोड़ा काजी मोहे दीजै। गुरु साहब ने काजी नूं कहा तैनूं मैं 20,000 रुपये दिना, यह घोड़ा मैनू दे दिओ। रोगी जान दीन है काजी, निज मन मैं तब होयो राजी। गुरु काजी जिहड़ा ये समझ के कि घोड़ा रोगी है, चलो 20,000 रुपये मिलते हैं, मैं दे देना। सो इस करके वो राजी हो गया। काजी ने वो घोड़ा गुरु साहब नूं दे दिता। गुरु साहब ने उस घोड़े नूं अपने अपने जो है तवेले विच बनवा लिया तो उन्होंने थापी दिती, दाना घास पाया तो हौली हौली घोड़ा जिहड़ा 9/9 हो गया, ठीक हो गया। पर एक गल इत्थे होई सी, गुरु साहब को पैसे नहीं सी, गुरु साहब ने उधार कीता सी, ये कह के वे पैसे बाद विच दे देवांगे। उधर तो ये गल हो गई। उधर काजी पुत्री कौलां ते नाम, सस वदनी सूरत अब राम। काजी ताम निकट गुर डेरा, अटा चरोखे बैठ सुहेरा। उधर हुण कहानी दूजी शुरू कर दिती। काजी दी पुत्री जिहदा नाम कौलां सी, वो जिथे गुरु साहब का डेरा सी उत्थे काजी का घर सी। वो चरोखे विच बह के, बारी विच बह के देखदी सी। तां फिर श्री गुरु तां को कहा सुनाए, सिख संगत बैठे गुण गाए। तह देखत सब का मन मोहयो, दह कबाड़ बारी नह जोयो। लो जी सुन लो, संगत किन्नी कच्ची पिल्ली आ, किसी की धी नूं देख के संगत का मन भरम जाता है, मोह विच आ जाता। भाव उसके रूप नूं देख के संगत काम वासना विच आ जाती है। यह सिक्खी दी जो मतलब हालत एक कवि किन्नी निगरी हुई दिखाउंदा है कि भई जे वो लड़की मत्था टेकण आ जाए फिर की हो, जे अजिहियां लड़कियां होर मत्था टेकण आ जाण फिर की हो। असल विच इस कवि ने ਜਾਂ ਅਜਿਹੇ ਹੋਰ ਲਿਖਾਰੀਆਂ ਨੇ, ਉਹਨਾਂ ਦਾ ਮਕਸਦ ਹੀ ਇਹ ਹੈ ਗੁਰੂ ਸਾਹਿਬਾਨ ਦੀ ਅਜ਼ਮਤ ਉੱਤੇ ਹਮਲਾ ਕਰਨਾ, ਉਹਨਾਂ ਦੀ ਸ਼ਖਸੀਅਤ ਨੂੰ ਦਾਗਦਾਰ ਕਰਨਾ। ਇਹੀ ਗੱਲ ਹੁੰਦਾ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਦੇ ਮੁਖ ਵਿੱਚੋਂ ਇਹ ਜਿਹੜੇ ਕਵੀ ਨੇ ਇਹ ਗੱਲ ਕਢਵਾ ਰਹੇ ਨੇ। श्री गुरु तां को कहा सुनाए, काजी दी लड़की नूं कौलां नूं सुना के गल कीती। सिख संगत बैठे गुण गाए, सिख संगतां बैठ के गुण गाउंदियां ने। तैं देखत सब का मन मोहयो, तैनूं देख के सारिਆਂ दे मन विच काम वासना मोहयो। मतलब क्या है कि इशारा किधर कीता जा रहा। दह कबाड़ बारी ने जोयो, बारी नूं बंद करो, इहदे विच ना बैठिया करो। गुर की शब्द देखत रहे कौलां, गुरु दी शरीर नूं सुंदरता नूं देख रही कौलां देखदी रहिंदी सी ते मन ललचाया, जिवें एक नौजवान लड़की नौजवान लड़के नूं देख के करदी है।
ਇਤਨੀ ਢੀਠਤਾ, ਇਤਨੀ ਨੀਚਤਾ ਦੇ ਵਿੱਚ ਇਹ ਲਿਖਾਰੀ ਲਿਖਤਾਂ ਲਿਖ ਰਹੇ ਹਨ। ਗੁਰ ਕੀ ਸ਼ਬ ਦੇਖਤ ਰਹੇ ਕੌਲਾਂ ਮਨ ਲਲਚਾਏ, ਕਛ ਦਿਵਸ ਐਸੇ ਗਏ ਕਾਜੀ ਗੁਰ ਪੈ ਆਏ। ਇਸ ਤਰ੍ਹਾਂ ਕੁਝ ਦਿਨ ਬਤੀਤ ਹੋ ਗਏ। ਰੋਜ਼ ਸੰਗਤ ਹੁੰਦੀ ਸੀ, ਰੋਜ਼ ਕਾਜੀ ਦੀ ਲੜਕੀ ਕੌਲਾਂ ਦੇਖਦੀ ਸੀ, ਉਹਦੇ ਮਨ ਵਿੱਚ ਕਾਮ ਵਾਸ਼ਨਾ ਭਰ ਗਈ ਔਰ ਰੋਜ਼ ਦੇਖਦੀ ਰਹਿੰਦੀ ਸੀ। ਕਾਜੀ ਕਹਾ ਰੁਪਏ ਦੀਜੇ। ਕੁਝ ਦਿਨਾਂ ਬਾਅਦ ਹੁਣ ਉਧਾਰ ਕੀਤਾ ਸੀ, ਕੋਈ ਚੀਜ਼ ਕਿਸੇ ਨੂੰ ਦੇ ਦਈਏ ਤੇ ਪੈਸਾ ਬੰਦਾ ਮੰਗਣ ਜਾਂਦਾ ਹੀ ਹੈ ਨਾ, ਭਾਈ ਮੇਰੇ ਪੈਸੇ ਤੁਸੀਂ ਕਹਿੰਦੇ ਬਾਅਦ 'ਚ ਹੀ ਦੇ ਦਾਂਗੇ, ਦੇ ਦਿਓ। ਕਾਜੀ ਕਹਾ ਰੁਪਏ ਦੀਜੈ, ਕਰੋ ਬਿਲਮ ਸ਼੍ਰੀ ਗੁਰੂ ਕਹਿ ਲੀਜੈ। ਗੁਰੂ ਸਾਹਿਬ ਕਹਿੰਦੇ ਰੁਕ ਜਾ, ਠਹਿਰ ਜਾ। 2-4 ਦਿਨ ਕਾਜੀ ਆਏ, 2-4 ਵਾਰ ਚੱਕਰ ਮਾਰੇ ਉਸਨੇ ਕਿ ਪੈਸੇ 20,000 ਰੁਪਇਆ ਅੱਜ ਤੋਂ 300-400 ਸਾਲ ਪਹਿਲਾਂ ਦੀ ਗੱਲ ਹੈ, ਕੋਈ ਛੋਟੀ ਮੋਟੀ ਗੱਲ ਥੋੜ੍ਹੀ ਸੀ। ਇਹ ਗੱਲ ਹੈ 1628 ਈਸਵੀ 30 ਈਸਵੀ ਦੀ। ਅੰਦਾਜ਼ਾ ਲਗਾਓ ਕਿੰਨੀ ਪੁਰਾਣੀ, 1600 1700 1800 1900 2000 400 ਸਾਲ ਪਹਿਲਾਂ ਦੀ ਗੱਲ ਹੈ। 2,000 ਰੁਪਈਏ ਬਹੁਤ ਵੱਡੀ ਰਕਮ ਸੀ। 20,000 ਰੁਪਈਏ ਉਹ ਲੈਣ ਆਇਆ ਤੇ ਗੁਰੂ ਸਾਹਿਬ ਉਹਨੂੰ ਟਰਕਾ ਰਹੇ ਨੇ। 2-4 ਚੱਕਰ ਲਾਏ, 2-4 ਦਿਨ ਕਾਜੀ ਆਇਓ, ਬਹੁਤ ਕ੍ਰੋਧ ਜੁਤ ਐਸ ਹਲਾਇਓ। ਬਹੁਤ ਗੁੱਸੇ ਵਿੱਚ ਆ ਗਿਆ। ਜਦੋਂ ਕਿਸੇ ਨੇ ਕਿਸੇ ਤੋਂ ਪੈਸੇ ਲੈਣ ਹੋਣ, ਦੇਣ ਵਾਲਾ ਆਨਾਕਾਨੀ ਕਰੇ। ਮਤਲਬ ਇੱਥੇ ਗੁਰੂ ਸਾਹਿਬ ਨੂੰ ਇਹ ਲਿਖਾਰੀ ਦੋਸ਼ੀ ਸਿੱਧ ਕਰ ਰਹੇ ਹਨ ਕਿ ਭਾਈ ਤੂੰ ਕਿਸੇ ਤੋਂ ਚੀਜ਼ ਵਸਤ ਲਈ ਹੈ, ਉਹਦੇ ਪੈਸੇ ਦੇਣੇ ਆ, ਉਹ ਤੂੰ ਜ਼ੁਬਾਨ ਕੀਤੀ ਪੈਸੇ ਦੇਵਾਂਗਾ ਔਰ ਉਹ ਆਨਾਕਾਨੀ ਕਰ ਦਿੰਦਾ। ਇਹੋ ਗੁਰੂ ਸਾਹਿਬ ਨੂੰ ਦਿਖਾ ਰਿਹਾ। ਅੱਗੋਂ ਕਾਜੀ ਨੂੰ ਗੁੱਸਾ ਆ ਗਿਆ। ਬਦਮਾਦੀ ਹੋਏ ਅਬ ਧਨ ਲੇਵੂੰ, ਅਬ ਮੈਂ ਤੁਹਾਡਾ ਜੁਆਈ ਬਣ ਕੇ ਪੈਸੇ ਲਵਾਂਗਾ। ਗਾਲ ਕੱਢਤੀ ਕਾਜੀ ਨੇ। ਕਾਜੀ ਨੇ ਤਾਂ ਗਾਲ, ਅਸਲ ਵਿੱਚ ਭਾਈ ਸਿੱਖੋ ਐਸਾ ਕੁਝ ਨਹੀਂ ਹੋਇਆ। ਇਹ ਕਹਾਣੀ ਪੂਰੀ ਦੀ ਪੂਰੀ ਝੂਠੀ ਹੈ, ਕਿਉਂਕਿ ਗੁਰੂ ਨੂੰ ਬਦਨਾਮ ਕਰਨਾ ਹੈ, ਬਾਬਾ ਬੁੱਢਾ ਜੀ ਨੂੰ ਬਦਨਾਮ ਕਰਨਾ ਹੈ, ਉਹਨਾਂ ਦੇ ਮੁੱਖ ਵਿੱਚ ਉਲ ਜਲੂਲ ਅਖਵਾਉਣਾ ਹੈ, ਤਾਂ ਇਹ ਕਹਾਣੀ ਲਿਖੀ ਗਈ ਹੈ। ਬਦਮਾਦੀ ਹੋਏ ਅਬ ਧਨ ਲੇਵੋ ਲੇਵੂੰ, ਤੂੰ ਹੀ ਮੂੰਜੀ ਪੈ ਰਹਿਣ ਨਾ ਦੇਵੂੰ। ਬੁੱਢੇ ਕਹਿਆ ਬਦਮਾਦੀ ਜੋਈ, ਪੁਨ ਮੂੰਜੀ ਜੋ ਮਾਲੂਮ ਹੋਈ। ਕਹਿੰਦੇ ਦੇਖਦੇ ਆ ਜਵਾਈ ਕੌਣ ਬਣਦਾ। ਆਹ ਜਿਹੜੀ ਸਾਰੀ ਕਹਾਣੀ ਹੈ ਗਾਲੀ ਗਲੋਚ ਬਾਬਾ ਬੁੱਢਾ ਜੀ ਤੋਂ, ਕਾਜੀ ਤੋਂ, ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ। ਕੁਛ ਦਿਨ ਗਏ ਦਿਖਾਏ ਹੋਂ ਬਦਮਾਦੀ ਕੋ ਹੋਏ। ਕਹਿੰਦੇ ਕੁਛ ਦਿਨ ਠਹਿਰ ਜਾ, ਦੱਸ ਦਿਆਂਗੇ ਜਵਾਈ ਕੌਣ ਬਣਦਾ। ਐਸੇ ਸੁਣ ਕਾਜੀ ਕਹਾ ਤੋ ਕੋ ਮਿਲਿਓ ਨਾ ਕੋਈ। ਕਾਜੀ ਕਹਿੰਦਾ ਤੁਹਾਨੂੰ ਵੀ ਹਾਲੇ ਕੋਈ ਮਿਲਿਆ ਨਹੀਂ, ਟੱਕਰਿਆ ਨਹੀਂ ਹੈ, ਤਾਂ ਇੱਦਾਂ ਦੀਆਂ ਗੱਲਾਂ ਕਰਦੇ ਹੋ। ਕਹਿ ਗੁਰ ਸ਼ਾਹ ਅਸਵ ਜਸ ਲੀਨਾ, ਮੋਲ ਤੈਸ ਤੋ ਕੋ ਹਮ ਦੀਨਾ। ਕਹਿ ਕਾਜੀ ਕੋ ਛੋੜੂ ਨਾਹੀਂ, ਦੇਖੋ ਕੈਸੇ ਮੋਲ ਰਹਾਈ। ਐਸੇ ਕਹਿ ਰਿਸ ਧਾਮ ਸਿਧਾਰਾ, ਪਾਛੇ ਕਾਹੂੰ ਬਚਨ ਉਚਾਰਾ। ਜਹਾਂਗੀਰ ਹੋਏ। ਕਹਿੰਦੇ ਵੀ ਇੰਨਾ ਗੁੱਸੇ 'ਚ ਕਹਿ ਕੇ ਕਾਜੀ ਉੱਥੋਂ ਚਲਾ ਗਿਆ। ਉੱਧਰੋਂ ਜਹਾਂਗੀਰ ਜਿਹੜਾ ਉਸ ਸਮੇਂ ਦਾ ਮੁਗਲ ਬਾਦਸ਼ਾਹ ਸੀ, ਉਹ ਕਸ਼ਮੀਰ ਗਿਆ ਹੋਇਆ ਸੀ, ਰਾਹ ਵਿੱਚ ਮਰ ਗਿਆ, ਕੁੱਪਾ ਰੁੜ ਗਿਆ, ਤੇਲ ਡੁੱਲ ਗਿਆ, ਭਾਵ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਸ਼ਾਹਜਹਾਂ ਜੋ ਹੈ ਉਹ ਬਾਦਸ਼ਾਹ ਬਣਿਆ, ਉਸ ਦਾ ਪੁੱਤਰ। ਤੇ ਅੱਗੇ ਕਹਾਣੀ ਜਿਹੜੀ ਹੈ, ਤੇ ਕੁੱਪਾ ਰੁੜਿਓ ਸੁਣਾ ਸਹਿਜਾ ਸ਼ਾਹਜਹਾਂ ਕੇ ਪਾਸ, ਕੁੱਪਾ ਟੁੱਟਿਓ ਤੇਲ ਗਿਰ ਸ਼੍ਰੀ ਮੁਖ ਕੀਨ ਪ੍ਰਕਾਸ਼, ਅਬ ਜਾਸੋ ਨ ਬਣੇ ਹਮਾਰੀ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿ ਰਹੇ ਉੱਥੇ ਰਹਿਣਾ ਬਣਦਾ ਨਹੀਂ, ਕਿਉਂਕਿ ਜਹਾਂਗੀਰ ਨਾਲ ਤਾਂ ਉਹਨਾਂ ਦੀ ਨੇੜਤਾ ਸੀ, ਸ਼ਾਹਜਹਾਂ ਨਾਲ ਗੱਲ ਬਣਨੀ ਨਹੀਂ। ਤੇ ਹਮਾਰੀ ਤਾਂ ਤੇ ਚਾਲੋ ਦੇਰ ਕਤ ਧਾਰੀ। ਫਿਰ ਕਹਿੰਦੇ ਵੀ ਇੱਥੋਂ ਚਲੋ, ਦੇਰ ਕਾਹਤੇ ਲਾਉਣੀ ਆ, ਕਿਉਂਕਿ ਹੁਣ ਇਸ ਬਾਦਸ਼ਾਹ ਨਾਲ ਸਾਡੀ ਬਣਨੀ ਨੇ। ਸਹਿਸ ਸੂਰ ਕੋ ਕਹਾ ਸੁਣਾਏ, ਸਿੱਧਾ ਸਰੋਵਰ ਤੱਕ ਸੁਣਜਾਏ। ਸਾਰੇ ਸੂਰਮਿਆਂ ਨੂੰ ਕਹਿ ਕੇ ਸੁਣਾਇਆ ਕਿ ਆਪਣੇ ਸਰੋਵਰ ਅੰਮ੍ਰਿਤਸਰ ਚਲੋ। ਸੇਵਕ ਸਿੱਖ ਸਭੀ ਪੱਠ ਦੀਨੇ, 4 ਸਿੱਖ ਆਪਣੇ ਸੰਗ ਲੀਨੇ। ਗੁਰ ਆਗਿਆ ਲੈ ਸਭੀ ਸਿਧਾਏ, ਤਤ ਛਿਨ ਸੁਧਾ ਸਰੋਵਰ। 4 ਸਿੱਖ ਸਿਰਫ ਆਪਣੇ ਕੋਲ ਗੁਰੂ ਸਾਹਿਬ ਨੇ ਰੱਖੇ, ਬਾਕੀਆਂ ਨੂੰ ਭੇਜ ਦਿੱਤਾ ਅੰਮ੍ਰਿਤਸਰ। ਸੁੰਦਰ ਅਸਬ ਕਮੈਦ ਸੋ, ਤਾਂ ਪਰ ਹੋਏ ਸਵਾਰ। ਕੌਲਾਂ ਦਿਖ ਬੇਨਤੀ ਕਰੀ, ਸ਼੍ਰੀ ਗੁਰੂ ਜਾਣ ਤਿਆਰ। ਕੌਲਾਂ
ਜਵਾਈ ਬਣਨਾ। ਹੁਣ ਅਸਲ ਵਿੱਚ ਗੱਲ ਜਿਹੜੀ ਉਹ ਬੋਲੀ ਮਾਰੀ ਸੀ ਕਾਜੀ ਨੇ ਔਰ ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਦੀ ਗੱਦੀ 'ਤੇ ਬੈਠੇ, ਝਗੜਾ ਕਿਹਦੇ ਨਾਲ? ਕਾਜੀ ਨਾਲ। ਗਲਤੀ ਕਿਹਦੀ? ਗਲਤੀ ਇਸ ਕਹਾਣੀ ਅਨੁਸਾਰ ਗੁਰੂ ਹਰਗੋਬਿੰਦ ਪਾਤਸ਼ਾਹ ਦੀ। ਘੋੜਾ ਖਰੀਦਿਆ, ਪੈਸੇ ਉਧਾਰੇ ਕੀਤੇ ਆ, ਦੇਣੇ ਬਣਦੇ ਨਾ। ਟਾਲ ਮਟੋਲ ਕਰੀ ਜਾਵੋ ਤੇ ਅਗਲੇ ਨੂੰ ਗੁੱਸਾ ਆਏਗਾ, ਫਿਰ ਮਿਹਣੋ ਮਿਹਣੀ ਹੋਏ, ਗਾਲੋ ਗਾਲੀ ਹੋਏ। ਹੁਣ ਗੁਰੂ ਹਰਗੋਬਿੰਦ ਦੇ ਕੋਲੋਂ ਉਹ ਕੰਮ ਕਰਵਾਇਆ ਇਹਨਾਂ ਕਵੀਆਂ ਨੇ ਜਿਹੜਾ ਇਤਨਾ ਅਸ਼ਲੀਲ, ਇਤਨਾ ਘਟੀਆ ਦਰਜੇ ਦਾ। ਵੀ ਜੇ ਕਿਸੇ ਨਾਲ ਅਣਬਣ ਹੋ ਜਾਏ, ਝਗੜਾ ਹੋ ਜਾਵੇ, ਉਹਦੀ ਨੌਜਵਾਨ ਧੀ ਨੂੰ ਘਰੋਂ ਕੱਢ ਲਿਆਉਣਾ। ਇਹ ਜਿਹੜੀ ਅੱਜ ਸਾਡੇ ਸਿੱਖ ਧਰਮ ਵਿੱਚ ਵੀ ਇਹੋ ਜਿਹੀਆਂ ਗੱਲਾਂ ਚੱਲ ਰਹੀਆਂ ਨਾ, ਉਹਦੀ ਜੜ ਇਹ ਗ੍ਰੰਥ ਹੈ। ਕਿਉਂਕਿ ਇਹ ਕਹਾਣੀਆਂ ਸਾਨੂੰ ਗੁਰਮਤਿ ਦੀਆਂ ਸਟੇਜਾਂ ਤੋਂ ਸੁਣਾਈਆਂ ਜਾਂਦੀਆਂ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਕਾਜੀ ਦੀ ਕੁੜੀ ਨੂੰ ਘਰੋਂ ਕੱਢ ਲਿਆਏ। ਕਿਉਂ ਘਰੋਂ ਕੱਢ ਲਿਆ? ਕਿਉਂਕਿ ਲੜਾਈ ਹੋਈ ਸੀ। ਤੇ ਅੱਜ ਜਦੋਂ ਅਸੀਂ ਸੁਣਦੇ ਹਾਂ ਕਿ ਜੇ ਕਿਸੇ ਮਿਨਿਸਟਰ ਨਾਲ ਜਾਂ ਮੁੱਖ ਮੰਤਰੀ ਨਾਲ ਸਾਡੀ ਅਣਬਣ ਹੈ, ਉਹਦੇ ਬੱਚਿਆਂ ਨੂੰ ਧਮਕੀਆਂ ਦੇਣ ਦੀਆਂ ਵੀਡੀਓ, ਉਹਨਾਂ ਦੇ ਘਿਰਾਓ ਕਰਨ ਦੀਆਂ ਵੀਡੀਓ ਜਦੋਂ ਅਸੀਂ ਸੁਣਦੇ ਹਾਂ ਤਾਂ ਮੈਂ ਸੋਚਦਾ ਵੀ ਇਹ ਜਿਹਾ ਬੀਜੇ ਸੋ ਲਾਉਣਾ ਕਰਮਾਂ ਸੰਦੜਾ ਖੇਤ, ਜਿਹੜਾ ਗੁਰਬਾਣੀ ਕਹਿੰਦੀ ਹੈ ਨਾ ਵੀ ਜਿਹੋ ਜਿਹਾ ਬੀਜ ਪਾਉਣਾ ਉਹੋ ਜਿਹਾ ਹੀ ਉੱਥੇ ਫਸਲ ਉਹੀ ਜਿਹੀ ਹੋਣੀ ਹੈ। ਹੁਣ ਜੇਕਰ ਅਜਿਹੀਆਂ ਕਹਾਣੀਆਂ ਇਤਿਹਾਸ ਮੰਨ ਕੇ ਸਾਨੂੰ ਸੁਣਾਈਆਂ ਜਾਣਗੀਆਂ ਤਾਂ ਫਿਰ ਅੱਜ ਸਿੱਖ ਇਹਨਾਂ ਕਹਾਣੀਆਂ ਨੂੰ ਦੁਹਰਾਉਣਗੇ ਨਾ। ਸਾਨੂੰ ਸਿੱਧਾ ਕਿਸੇ ਦਾ ਵਿਰੋਧ ਕਰਨ ਦੀ ਲੋੜ ਨਹੀਂ, ਸਾਨੂੰ ਇਹ ਕਹਾਣੀਆਂ ਨੂੰ ਗੁਰਮਤਿ ਵਿੱਚੋਂ, ਸਿੱਖ ਧਰਮ ਵਿੱਚੋਂ ਬਾਹਰ ਕੱਢਣ ਦੀ ਲੋੜ ਹੈ। ਜਦੋਂ ਇਹ ਕਹਾਣੀਆਂ ਰੱਦ ਹੋ ਜਾਣ, ਇਹ ਗ੍ਰੰਥ ਰੱਦ ਹੋ ਜਾਣ, ਸਾਡੀ ਸਿੱਖ ਨੌਜਵਾਨੀ ਆਪਣੇ ਆਪ ਆਪਣੇ ਲਾਈਨ 'ਤੇ ਆ ਜਾਏਗੀ, ਟਰੈਕ 'ਤੇ ਆ ਜਾਏਗੀ। ਜਦੋਂ ਤੱਕ ਇਹ ਗ੍ਰੰਥ ਜਿਉਂਦੇ ਰਹਿਣਗੇ, ਇਹਨਾਂ ਗ੍ਰੰਥਾਂ ਵਿੱਚੋਂ ਸਾਨੂੰ ਗੁਰਮਤਿ ਦੀਆਂ ਸਟੇਜਾਂ ਤੋਂ ਕਹਾਣੀਆਂ ਸੁਣਾਈਆਂ ਜਾਂਦੀਆਂ ਰਹਿਣਗੀਆਂ, ਉਦੋਂ ਤੱਕ ਸਿੱਖ ਕਦੀ ਕਿਸੇ ਤਣ ਪੱਤਣ ਨਹੀਂ ਲੱਗ ਸਕਦੇ, ਭਾਵ ਸਿੱਧਾ ਕੰਮ ਨਹੀਂ ਕਰ ਸਕਦੇ। ਕਿਉਂਕਿ ਉਹਨਾਂ ਨੂੰ ਸ਼ਕਤੀ ਮਿਲਦੀ ਹੈ ਇਤਿਹਾਸ ਸੁਣ ਕੇ, ਇਹੋ ਜਿਹੀ ਸ਼ਕਤੀ ਵੀ ਜੇ ਕਿਸੇ ਨਾਲ ਲੜਾਈ ਝਗੜਾ ਹੋਵੇ, ਦਾਦਾਗਿਰੀ ਦਿਖਾਓ, ਜੇ ਜ਼ਿਆਦਾ ਗੱਲ ਵੱਧ ਜਾਏ ਉਹਦੀ ਕੁੜੀ ਨੂੰ ਕੱਢ ਲਿਆਓ। ਉਦਾਹਰਣ ਗੁਰੂ ਸਾਹਿਬ ਤੇ ਇੱਦਾਂ ਹੀ ਕੀਤੀ ਸੀ। ਹਾਲੇ ਮੈਂ ਦੱਸ ਦੇਵਾਂ, ਸਭ ਝੂਠ ਹੈ। ਗੁਰੂ ਨੂੰ ਬਦਨਾਮ ਕਰਨ ਲਈ, ਗੁਰੂ ਦੀ ਸ਼ਖਸੀਅਤ ਨੂੰ ਦਾਗਦਾਰ ਕਰਨ ਲਈ ਇਹ ਸਭ ਕੁਝ ਲਿਖਿਆ ਗਿਆ। ਪੂਰੇ ਦੇ ਪੂਰੇ ਗ੍ਰੰਥ ਦਾ ਪ੍ਰਯੋਜਨ ਹੀ ਇੱਕ ਹੈ ਕਿ ਗੁਰੂ ਦੀ ਸ਼ਖਸੀਅਤ ਨੂੰ ਦਾਗਦਾਰ ਕਰਨਾ। ਫਿਰ ਕੀ ਹੈ? ਅੱਧੀ ਰਾਤ ਨੂੰ ਤਰੇ ਭਵਨ ਵਾਰੀ ਸੋ ਆਏ, ਕੌਲਾਂ ਬਿਨਤੀ ਅਦਕ ਅਲਾਏ। ਵਾਰੀ ਦੇ ਕੋਲ ਆਏ, ਕੌਲਾਂ ਨੇ ਬੇਨਤੀ ਕੀਤੀ, ਇਛ ਪੂਰ ਤੁਮ ਸਭ ਕੀ ਕਰੋ, ਊਚ ਨੀਚ ਮਨ ਨਾ ਉਤਰੋ, ਇਛ ਪੂਰ ਹਮਾਰੀ ਪ੍ਰਭ ਕੀ ਜੈ, ਦਇਆ ਤਾਰ ਆਪਣੇ ਸੰਗ ਲੀਜੇ। ਉਸਨੇ ਬੇਨਤੀ ਕੀਤੀ ਮੇਰੀ ਇੱਛਾ ਪੂਰੀ ਕਰੋ। ਇਹਦੇ ਵਿੱਚ ਤਾਂ ਇੰਨਾ ਹੀ ਲਿਖਿਆ ਹੋਇਆ। ਜਿਹੜਾ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਨਾ, ਉਹਦੇ ਵਿੱਚ ਤਾਂ ਕਹਾਣੀ ਬਹੁਤ ਹੀ ਚਟਪਟੀ ਬਣਾਈ ਹੋਈ ਹੈ। ਉਹਦੇ ਵਿੱਚ ਤਾਂ ਇਹ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਘੋੜੇ 'ਤੇ ਸਵਾਰ ਹੋ ਕੇ ਬਣ ਠਣ ਕੇ ਕਾਜੀ ਦੀ ਕੁੜੀ ਜਿੱਥੇ ਤਾਕੀ ਵਿੱਚ ਖੜੀ ਸੀ ਉਹਦੇ ਕੋਲ ਜਾ ਕੇ ਘੋੜਾ ਨਚਾ ਰਹੇ ਨੇ। ਔਰ ਉਹ ਕਾਜੀ ਦੀ ਲੜਕੀ ਕੌਲਾਂ ਬਹੁਤ ਪ੍ਰਭਾਵਿਤ ਹੋਈ। ਔਰ ਉਦੋਂ ਬਾਅਦ ਵਿੱਚ ਕਾਜੀ ਦੀ ਲੜਕੀ ਚਿੱਠੀ ਲਿਖਦੀ ਹੈ ਆਪਣੀ ਇੱਕ ਦਾਸੀ ਦੇ ਹੱਥ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਲਵ ਲੈਟਰ ਚਿੱਠੀ, ਪਿਆਰ ਦੀ ਚਿੱਠੀ ਲਿਖਦੀ ਹੈ। ਉਹਦਾ ਜਵਾਬ ਗੁਰੂ ਹਰਗੋਬਿੰਦ ਪਾਤਸ਼ਾਹ ਦਿੰਦੇ ਨੇ। ਫਿਰ ਦੁਬਾਰਾ ਉਹ ਚਿੱਠੀ ਲਿਖਦੀ ਹੈ ਕਿ ਮੈਨੂੰ ਨਾਲ ਲੈ ਕੇ ਜਾਓ। ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਕਾਜੀ ਨੂੰ ਭੁਲੇਖਾ ਪਾਉਣ ਲਈ ਪੂਰੀ ਰਾਤ ਕੀਰਤਨ ਕਰਾਉਂਦੇ ਨੇ, ਲਾਈਟਾਂ ਬੰਦ ਕਰਕੇ ਕਰਾਉਂਦੇ ਨੇ, ਸਾਰੇ ਸਿੱਖਾਂ ਨੂੰ ਪਹਿਲਾਂ ਹੀ ਭੇਜ ਦਿੰਦੇ ਨੇ। ਫਿਰ 4 ਸਿੱਖ ਤੇ ਆਪ ਕੌਲਾਂ ਨੂੰ ਰਾਤ ਨੂੰ ਘਰੋਂ ਉਧਾਲ ਕੇ ਲਿਜਾਂਦੇ ਨੇ। ਇਹਦੇ ਵਿੱਚ ਗ੍ਰੰਥ ਵਿੱਚ ਥੋੜ੍ਹਾ ਲਿਖਿਆ। ਗੁਰੂ ਬਿਲਾਵਲ ਪਾਤਸ਼ਾਹ 6ਵੀਂ 'ਚ ਜਿਹੜੀ ਜੜ ਹੈ ਸਾਰੀ ਪ੍ਰੋਬਲਮ ਦੀ, ਸਾਰੇ ਗੰਦ ਦੀ, ਪਰ ਕਵੀ ਸੰਤੋਖ ਸਿੰਘ ਨੇ ਐਨ ਖੁੱਲ੍ਹ ਕੇ ਲਿਖਿਆ ਸਾਰਾ ਕੁਝ, ਹੋਰ ਮਸਾਲੇ ਲਾ ਕੇ ਲਿਖਿਆ। ਸੋ ਇੱਥੇ ਇਛ ਪੂਰ ਹਮਾਰੀ ਪ੍ਰਭ ਕੀਜੈ, ਦਇਆ ਤਾਰ ਆਪਣੇ ਸੰਗ ਲੀਜੈ, ਸੁਣ ਬੇਨਤੀ ਗੁਰ ਪੁਜਾ ਗਹਾਈ, ਆਪਣੀ ਬਾਂਹ ਕੀਤੀ ਭਗਤ ਸਿੰਘ ਨਿਜ ਵੇਲੇ ਪਾਈ, ਜਾਮ ਨਿਸਾ ਜਬ ਹੀ ਗਈ। ਜਦੋਂ ਇੱਕ ਪੈਰ ਰਾਤ ਚਲੇ ਗਈ
कीना श्री गुरु प्यान, चार सिख निज संग लै, छोड़ संग सुख मान, छोड़ संग सुख मान, ससी आकाश अपारा, सने सने प्रभ चले पंथ गुर कथा सुधारा। काजी दी लड़की नूं घरों कढ के चार सिखां दे नाल गुरु साहब उथों रात दे समय भुलेखा दे के काजी नूं उहदे घरों नौजवान लड़की नूं उधाल के लै राह दे विच जदों एक पैर रात रहिंदी सी, एक सरोवर 'च इशनान कीता, उत्थे कौलां दा भी नूं भी इशनान कराया, फिर दरबार साहब लैके कौलां नूं आ गए। नुकता नोट करके रखना, काजी नूं घोड़ा, काजी ने घोड़ा नहीं सी खोया, काजी नूं घोड़ा गिफ्ट दे विच मिलिया सी, तोहफे दे रूप विच मिलिया सी। काजी तो घोड़ा मुल लिया सी गुरु हरगोबिंद पातशाह ने, पैसे उधार कीते सी, उधार वाले पैसे काजी नूं नहीं दिते, ਉਹਦੇ ਕਰਕੇ लड़ाई हुई। गलती किहदी? गुरु हरगोबिंद पातशाह दी, क्योंकि उधार कीता पैसे देने बनते सी। फिर गालो वाली होए, फिर ਉਹਦੀ नौजवान लड़की ਨੂੰ घरों कढ़ लियाए। और काजी जदों देखिया उत्थे कोई नहीं, डेरा उठ गया। काजी तां पैसे लैण फिर दरबार साहब आए। राह दे विच गुरु हरगोबिंद पातशाह मिले। काजी की बेइज्जती करन लई गुरु हरगोबिंद पातशाह ने घोड़े दे पैसे 20,000 रुपया ओदी लड़की कौलां दे हत्थों देना चाहया। जद उसनूं पता लगा मेरी लड़की नूं उधाल के लै आया गुरु हरगोबिंद, उसदे सत्ती कपड़ी अग लग गई। उसने पैसे तां की लैणे सी, उन्हीं पैरीं वापस जाके शाहजहां को अपनी फरियाद की। उत्थे भी एक कहानीकारां ने उत्थे एक खां वजीर बिठाया होया अपना नुमाइंदा, जिहड़ा दस्सिया गया कि गुरु घर दे नाल उहदा बहुत प्यार सी। मतलब हर जगह कहानी दे पात्र जिवें कोई नावल लिखदे हैं आप ही करने ना। ਉਹਦੇ ਕਹਿਣ ਤੇ शाहजहां ने कोई झगड़ा नहीं किया, काजी नूं चुप रहण लई कीता। अगे ਜਿਹੜੀਆਂ दो नुकते बड़े नोट करन वाले आ। कौलां नूं अलग घर बना के दे दिता, क्योंकि माता गंगा ने घर विच वाड़न तो मना करता। पहले 3 विआह कीते होए गुरु हरगोबिंद पातशाह दे इन्हां इतिहासकारां ने, चौथी कौलां आ गई। और शरारती करदे की है, कहंदे जी वो तो सरदावन सिख हो के आ गई। मैं तुहानूं सारा लिखिया होया पढ़ के सुनाया। वो गुरु साहब दे रूप तो मोहित होई सी, गुरु साहब दे विचारां तो मोहित नहीं सी होई सी। जे विचारां तो मोहित हो जांदी, प्रभावित हुंदी, तो फिर सिख बन के आउंदी। जे गुरु साहब दे शरीर नूं देख के वो प्रभावित होई है, तो वो एज एक नौजवान लड़की जिवें किसी नौजवान लड़के नूं देख के मोहित हुंदी है, उवें होई है। झूठ बोलदे ने सारे, गुमराह करदे ने। क्यों करदे ने गुमराह? क्योंकि इस कहानी नूं जिउंदा रखना, इस कहानी तो सिੱਖੀ जो बाहर ग्रंथ नूं करना, पर उन्होंने जिउंदा रखण लई कहानी दी ट्विस्ट दे दिंदे ने। खैर फिर काजी वापस चला गया, सब कुछ हो गया। आखिर विच जिहड़ी कहानी लिखदे ने कि जदों 5 बच्चे गुरु हरगोबिंद साहब दे घर होए, कौलां वधाई देण आई घर, उदों गुरु तेग बहादुर दा जन्म होया नहीं दस्सिया जांदा, हालांकि झूठ है। जिहड़ी जहांगीर जिहड़ा मरिया है वो 1628 ईस्वी में मरिया, तो 1628 च गुरु तेग बहादुर का जन्म है 1621 ईस्वी का। तो यह मतलब उदों सिगे, पर यह इतिहास इधर उधर गोल मोल करके लिखते हैं। ये कहते हाले सिर्फ 5 बच्चे हुए सी, 4 लड़के तो 1 लड़की। बाबा गुरदित्ता जी का जन्म हो चुका सी, और बाबा अणी राय का जन्म हो चुका सी, बाबा सूरजमल का जन्म हो चुका सी, बीबी बीरो का जन्म हो चुका सी, बाबा टल का जन्म हो चुका सी। गुरु तेग बहादुर का जन्म कहते हाले नहीं सी होया, पर असल विच इतिहास अगर उस समय का तो हो चुका सी। जदों ये बधाइयां देण गई तो राह विच आउंदी दे मन विच ख्याल आया कि मैनू तुरकड़ी जान के मेरे नाल संबंध नहीं बनाया गुरु हरगोबिंद साहब ने, भी बिना संबंध बनाउण तो बच्चे थोड़ी पैदा होंदे हन। तां फिर गुरु हरगोबिंद पातशाह कह रहे हैं कि बच्चे तां संबंध बनाउण नाल नहीं हुंदे, ये तां सतनाम दा मंत्र चूसण नाल हुंदे ने।
ਜਦੋਂ ਜ਼ਿਆਦਾ ਬੀਬੀ ਇਹ ਕੌਲਾਂ ਖਹਿੜੇ ਪੈ ਗਈ ਤਾਂ ਫਿਰ ਗੁਰੂ ਸਾਹਿਬ ਨੇ ਉਸ ਨੂੰ ਕੌਲ ਸਰ ਦਾ ਸਰੋਵਰ ਪੁੱਤਰ ਦੇ ਰੂਪ ਵਿੱਚ ਬਣਾ ਕੇ ਦਿੱਤਾ। ਇੱਥੇ ਬਸ ਨਹੀਂ ਹੋਈ, ਕਿਉਂਕਿ ਲਿਖਾਰੀ ਨੂੰ ਲੱਗਦਾ ਵੀ ਹਾਲੇ ਵੀ ਜਿਹੜੀ ਕਹਾਣੀ ਹੈ ਇਹ ਪੂਰਾ ਇਲਜ਼ਾਮ ਗੁਰੂ ਹਰਗੋਬਿੰਦ ਪਾਤਸ਼ਾਹ 'ਤੇ ਲੱਗਾ ਨਹੀਂ। ਫਿਰ ਇੱਕ ਕਹਾਣੀ ਬਣਾਈ ਇਹਨਾਂ ਨੇ ਕਿ ਸ਼ਹਿਰ ਦੇ ਸਿੱਖ ਚਰਚਾ ਕਰਦੇ ਸਨ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇੱਕ ਤਾਂ ਮੁਸਲਮਾਨ ਨੂੰ ਨੌਕਰ ਰੱਖਿਆ ਪੈਂਦੇ ਖਾਂ ਨੂੰ, ਇਹ ਬਹੁਤ ਵੱਡੀ ਅਵੱਗਿਆ। ਦੂਜਾ, ਮੁਸਲਮਾਨਣੀ ਕੌਲਾਂ ਦੇ ਕੋਲ ਆਉਂਦੇ ਜਾਂਦੇ ਹਨ, ਬਹੁਤ ਤੋਹਮਤ ਕਿ ਸਿੱਖ ਜਿਹੜੇ ਕਹਿੰਦੇ ਨਾ ਉਹ ਸ਼ਰਧਾਵਨ ਸਿੱਖ ਸੀ, ਪਰ ਆ ਜੋ ਕਹਾਣੀਕਾਰ ਕੀ ਕਹਿ ਰਿਹਾ ਵੀ ਗੁਰੂ ਹਰਗੋਬਿੰਦ ਸਾਹਿਬ ਕੌਲਾਂ ਦੇ ਕੋਲ ਆਉਂਦੇ ਜਾਂਦੇ ਸਨ ਹਨੇਰੇ ਸਵੇਰੇ, ਜਿਵੇਂ ਆਪਾਂ ਗੱਲਾਂ ਕਰੀਦੀਆਂ। ਇਸ ਕਰਕੇ ਸਿੱਖ ਜਿਹੜੇ ਨੇ ਭਾਈ ਗੁਰਦਾਸ ਜੀ ਕੋਲ ਗਏ ਕਿ ਭਾਈ ਇਹ ਤਾਂ ਕੋਈ ਫੈਸਲਾ ਹੋਣਾ ਚਾਹੀਦਾ, ਬਹੁਤ ਬਦਨਾਮੀ ਹੋ ਰਹੀ ਹੈ, ਹੁਣ ਤੱਕ ਕਦੀ ਇੱਦਾਂ ਗੁਰੂ ਘਰ ਵਿੱਚ ਹੋਇਆ ਨਹੀਂ ਸੀ। ਭਾਈ ਗੁਰਦਾਸ ਕਹਿੰਦੇ ਮੇਰੇ ਵੱਸ ਦੀ ਗੱਲ ਨਹੀਂ, ਬਾਬਾ ਬੁੱਢਾ ਜੀ ਫੈਸਲਾ ਕਰ ਸਕਦੇ। ਬਾਬਾ ਬੁੱਢਾ ਜੀ ਕੋਲ ਸ਼ਿਕਾਇਤ ਕੀਤੀ ਕਿ ਆ ਤਾਂ ਬਹੁਤ ਮਾੜੀ ਗੱਲ ਹੈ, ਇੱਕ ਮੁਸਲਮਾਨਣੀ ਦੇ ਕੋਲ ਗੁਰੂ ਹਰਗੋਬਿੰਦ ਪਾਤਸ਼ਾਹ ਆਉਂਦੇ ਜਾਂਦੇ ਨੇ। ਤੇ ਬਾਬਾ ਬੁੱਢਾ ਜੀ ਕਹਿੰਦੇ ਤੁਹਾਨੂੰ ਐਵੇਂ ਭੁਲੇਖਾ, ਕਹਿੰਦੇ ਨਹੀਂ ਜੀ ਗੱਲ ਬੜੀ ਮਾੜੀ ਹੈ, ਚੰਗੀ ਨਹੀਂ ਆ। ਫਿਰ ਇਹ ਸਾਰੇ ਜਾਣੇ ਮਿਲ ਕੇ ਬਾਬਾ ਬੁੱਢਾ ਜੀ, ਭਾਈ ਗੁਰਦਾਸ, ਸਾਰੇ ਸਿੱਖ ਮਿਲ ਕੇ ਬਾਬਾ ਬੁੱਢਾ ਜੀ ਦੀ ਬੀੜ ਤੋਂ ਦਰਬਾਰ ਸਾਹਿਬ ਆਉਂਦੇ ਨੇ, ਇਸ਼ਨਾਨ ਕਰਕੇ ਫਿਰ ਗੁਰੂ ਕੇ ਮਹਿਲ ਜਾਂਦੇ ਨੇ। ਗੁਰੂ ਕੇ ਮਹਿਲ ਜਾ ਕੇ ਮਾਤਾਵਾਂ ਤੋਂ ਪੁੱਛਦੇ ਨੇ ਕਿੱਥੇ ਨੇ, ਉਹ ਕਹਿੰਦੀਆਂ ਵੀ ਗੁਰੂ ਸਾਹਿਬ ਤਾਂ ਸ਼ਿਕਾਰ ਖੇਡਣ ਗਏ ਨੇ। ਦੇਖੋ ਕਿੱਡੀ ਐਮਰਜੈਂਸੀ ਆ। ਮਤਲਬ ਅਸਲ ਵਿੱਚ ਲਿਖਾਰੀ ਨੇ ਗੁਰੂ ਸਾਹਿਬ ਨੂੰ ਚੰਗੀ ਤਰ੍ਹਾਂ ਰਗੜਨਾ ਸੀ। ਪਹਿਲਾਂ ਤਾਂ ਪੁੱਤਰ ਦੀ ਦਾਤ ਮੰਗੀ, ਉਹਦੇ ਵਿੱਚ ਰਗੜਿਆ। ਉਹ ਪੁੱਤਰ ਦੀ ਦਾਤ ਵੇਲੇ ਪਤਾ ਕੀ ਕੀਤਾ, ਕਹਿੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਅਕਾਲ ਤਖਤ 'ਤੇ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸੀ, ਉਹਨਾਂ ਦੇ ਮਨ ਨੂੰ ਧੂ ਪਈ। ਉੱਧਰ ਕੌਲਾਂ ਜਿਹੜੀ ਸੀ ਉਹ ਆਪਣੇ ਡੇਰੇ 'ਚ ਆ ਕੇ ਜਦੋਂ ਵਧਾਈਆਂ ਦੇ ਕੇ ਆਈ ਆ ਤਾਂ ਫਰਸ਼ 'ਤੇ ਲੰਮੀ ਪੈ ਗਏ। ਫਰਸ਼ 'ਤੇ ਲੰਮੀ ਪੈ ਕੇ ਔਰ ਆਪਣੀ ਦਾਸੀ ਨਾਲ, ਨੌਕਰਾਨੀ ਨਾਲ ਕਿਸੇ ਨਾਲ ਗੱਲ ਨਹੀਂ ਕਰ ਰਹੀ। ਔਰ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਸੁਖਮਨੀ ਸਾਹਿਬ ਦਾ ਪਾਠ ਵਿੱਚੇ ਛੱਡ ਕੇ ਉਹ ਕੌਲਾਂ ਨੂੰ ਮਿਲਣ ਉਹਦੇ ਘਰ ਗਏ। ਉੱਥੇ ਦੇਖਿਆ ਕੌਲਾਂ ਲੰਮੀ ਪਈ ਹੈ ਔਰ ਉਹਦੇ ਕੋਲ ਬਹਿ ਕੇ ਅੱਧਾ ਸੁਖਮਨੀ ਸਾਹਿਬ ਦਾ ਪਾਠ ਕੀਤਾ। ਫਿਰ ਕੌਲਾਂ ਦਾ ਸਾਰੇ ਦੁੱਖ ਪੁੱਛਿਆ ਪੁੱਤਰ ਪ੍ਰਾਪਤੀ ਲਈ, ਤੇ ਗੁਰੂ ਸਾਹਿਬ ਨੇ ਕਿਹਾ ਨਾ ਪੁੱਤਰ ਆਪਣੇ ਸੰਬੰਧਾਂ ਦੇ ਨਾਲ ਨਹੀਂ ਹੁੰਦਾ, ਇਹ ਤਾਂ ਸਤਨਾਮ ਦਾ ਮੰਤਰ ਚੂਸ ਕੇ ਹੁੰਦਾ। ਤੁਹਾਨੂੰ ਪਰਮਾਨੈਂਟ ਪੁੱਤਰ ਦਿੰਦੇ ਆ। ਕੌਲਸਰ ਦਾ ਸਰੋਵਰ ਬਣਾ ਦਿੱਤਾ। ਹਾਲੇ ਕਵੀ ਨੂੰ ਲੱਗਿਆ ਵੀ ਇਹ ਬੇਇੱਜ਼ਤੀ ਪੂਰੀ ਨਹੀਂ ਹੋਈ। ਫਿਰ ਉਹਨਾਂ ਨੇ ਦੁਬਾਰਾ ਇਹ ਪੰਚਾਇਤ ਇਕੱਠੀ ਕਰਕੇ, ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜੰਗਲ ਦੇ ਵਿੱਚ ਸ਼ਿਕਾਰ ਕਰਦੇ ਸਨ, ਉੱਥੇ ਪਹੁੰਚ ਗਏ। ਜੰਗਲ 'ਚ ਜਾ ਕੇ ਦੋ ਸਿੱਖਾਂ ਨੇ ਲੱਭਿਆ। ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਕੋਲ ਉਹਨਾਂ ਨੂੰ ਲੈ ਕੇ ਆਏ, ਸਾਰੀ ਗੱਲ ਕੀਤੀ। ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਜੋ ਤੁਹਾਡਾ ਹੁਕਮ, ਜੋ ਸਜ਼ਾ ਲਾਓਗੇ। ਦੇਖੋ ਇਲਜ਼ਾਮ ਲਾ ਕੇ ਇੱਕ ਤਰ੍ਹਾਂ ਨਾਲ ਮਨਵਾ ਲਿਆ ਕਿ ਗੱਲ ਸਹੀ ਹੈ। ਔਰ ਉਹਨਾਂ ਨੇ ਹੁਕਮ ਇਹ ਕੀਤਾ ਕਿ ਕੌਲਾਂ ਨੂੰ ਘਰੋਂ ਕੱਢ ਦਿਓ, ਕੌਲਾਂ ਨੂੰ ਦਰਬਾਰ ਸਾਹਿਬ 'ਚੋਂ ਕੱਢ ਦਿਓ। ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਕੇ ਕਹਿੰਦੇ ਆ ਉਹਨੂੰ ਹੁਣ ਕੱਢਣਾ ਤਾਂ ਕੀ ਆ, ਉਹਦੀ ਉਮਰ ਹੀ ਬੜੀ ਥੋੜ੍ਹੀ ਰਹਿੰਦੀ ਆ। ਫਿਰ ਉਹਨਾਂ ਨੂੰ ਵਿਵੇਕ ਲਾਇਆ ਉੱਥੇ ਔਰ ਸਜ਼ਾ ਲਾਈ, ਫੈਸਲਾ ਕੀਤਾ। ਉੱਥੇ ਵਿਵੇਕ ਸਰ ਦਾ ਸਰੋਵਰ ਇਸ ਨਾਂ 'ਤੇ ਬਣਾ ਦਿੱਤਾ ਤਾਂ ਕਿ ਜਿਹੜਾ ਵੀ ਅੱਗੇ ਤੋਂ ਕੋਈ ਗਲਤੀ ਐਸੀ ਕਰੇ ਉਹ ਵਿਵੇਕ ਸਰ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣੀ ਜਿਹੜੀ ਆ ਸਾਰੀ ਮੈਲ ਨੂੰ ਧੋ ਲੈ, ਗਲਤੀ ਨੂੰ ਖਤਮ ਕਰ ਲੈ, ਪਾਪਾਂ ਨੂੰ ਬਖਸ਼ਾ ਲੈ। ਮੈਂ ਇਹ ਜਿਹੜੀ ਵੀਡੀਓ ਬਣਾਈ ਉਹਦਾ ਕਾਰਨ ਇਹ ਹੈ ਕਿ ਅੱਜ ਜੋ ਵਰਤਾਰਾ ਪੰਜਾਬ ਵਿੱਚ ਵਰਤ ਰਿਹਾ, ਅੱਜ ਨਹੀਂ ਕਈ ਵਾਰ ਅਜਿਹਾ ਵਰਤਿਆ, ਔਰ ਉਹਦੇ ਨਾਲ ਸਿੱਖ ਨੌਜਵਾਨੀ ਦਾ ਕਿੰਨਾ ਨੁਕਸਾਨ ਹੁੰਦਾ, ਸਾਡੇ ਸਮਾਜਿਕ ਤਾਣੇ ਬਾਣੇ ਦਾ ਕਿੰਨਾ ਨੁਕਸਾਨ ਹੁੰਦਾ, ਸਾਡੀ ਤਰੱਕੀ ਵਿੱਚ ਕਿੰਨੀ ਰੁਕਾਵਟ ਪੈਂਦੀ ਹੈ। ਅਤੇ ਉਹ ਸਾਰਾ ਕੁਝ ਜਿਹੜਾ ਹੈ ਉਹ ਇਸੇ ਕਰਕੇ ਹੋ ਰਿਹਾ ਕਿ ਇਤਿਹਾਸ ਜਿਹੜਾ
ਸਾਨੂੰ ਅਜਿਹਾ ਗੰਦਾ ਘਟੀਆ ਇਤਿਹਾਸ ਸੁਣਾਇਆ ਜਾਂਦਾ, ਉਸ ਨੂੰ ਜਿਹੜੀਆਂ ਗ੍ਰੰਥ ਸਾਡੇ ਸਿੱਖੀ ਨੂੰ ਖਤਮ ਕਰਨ ਲਈ ਲਿਖੇ ਗਏ ਹਨ, ਉਸ ਨੂੰ ਸੁਣਾ ਸੁਣਾ ਕੇ ਸਾਡਾ ਜਿਹੜਾ ਦਿਮਾਗ ਦਾ ਲੈਵਲ ਹੈ ਬਹੁਤ ਨੀਵੇਂ ਪੱਧਰ 'ਤੇ ਲਿਆ ਕੇ ਰੱਖ ਦਿੱਤਾ ਗਿਆ। ਜੋ ਝੂਠ ਹੈ ਉਸ ਨੂੰ ਅਸੀਂ ਸੱਚ ਮੰਨੀ ਬੈਠੇ ਹਾਂ। ਉਹਨਾਂ ਨੇ ਵੱਡਾ ਕੰਮ ਜਿਹੜਾ ਕੀਤਾ, ਉਹ ਜਿਹੜਾ ਇਤਿਹਾਸਕ ਇਹਨਾਂ ਗ੍ਰੰਥਾਂ ਵਿੱਚ ਲਿਖਿਆ, ਉਹਨਾਂ ਸਥਾਨਾਂ 'ਤੇ ਗੁਰਦੁਆਰੇ ਸਰੋਵਰ ਬਣਾ ਦਿੱਤੇ। ਹੁਣ ਇਹ ਖੋਜ ਦਾ ਵਿਸ਼ਾ ਹੈ ਕਿ ਉਹ ਸਰੋਵਰ ਗੁਰਦੁਆਰੇ ਪਹਿਲਾਂ ਬਣੇ ਜਾਂ ਇਹ ਗ੍ਰੰਥ ਪਹਿਲਾਂ ਲਿਖੇ ਗਏ। ਮੈਨੂੰ ਜਿਹੜੀ ਸ਼ੱਕ ਪੈਂਦੀ ਹੈ, ਜਿਵੇਂ ਕੌਲਸਰ ਸਰੋਵਰ ਅਤੇ ਆ ਜਿਹੜਾ ਗੁਰਦੁਆਰਾ ਔਰ ਉੱਧਰ ਵਿਵੇਕਸਰ ਸਰੋਵਰ, ਇਹਨਾਂ ਗ੍ਰੰਥਾਂ ਲਿਖਣ ਤੋਂ ਬਾਅਦ ਵਿੱਚ ਬਣਾਏ ਗਏ ਆ, ਤਾਂ ਕਿ ਪੱਕੀਆਂ ਨਿਸ਼ਾਨੀਆਂ ਬਣਾਤੀਆਂ। ਜੇ ਕੋਈ ਖੋਜੀ ਵੀਰ ਇਹਨਾਂ ਕਹਾਣੀਆਂ ਨੂੰ ਰੱਦ ਵੀ ਕਰੇ ਤਾਂ ਫਿਰ ਹੁਣ ਗੁਰਦੁਆਰਾ ਥੋੜ੍ਹੀ ਢਾਹ ਸਕਦੇ ਆ, ਸਰੋਵਰ ਥੋੜ੍ਹੀ ਪੂਰ ਸਕਦੇ ਆ। ਹੁਣ ਉੱਥੇ ਜਦੋਂ ਤੱਕ ਇਹ ਸਰੋਵਰ ਅਤੇ ਗੁਰਦੁਆਰੇ ਰਹਿਣੇ ਨੇ, ਉਦੋਂ ਤੱਕ ਇਹ ਕਹਾਣੀਆਂ ਇਵੇਂ ਹੀ ਗੁਰੂ ਸਾਹਿਬ ਦੇ ਚਰਿੱਤਰ ਦੇ ਉੱਤੇ ਧੱਬੇ ਲਾਉਂਦੀਆਂ ਰਹਿਣਗੀਆਂ। ਸਿੱਖਾਂ ਨੂੰ ਬਹੁਤ ਡੂੰਘੀ ਖੋਜ ਕਰਕੇ ਇਹ ਚੀਜ਼ਾਂ ਦਾ ਹੱਲ ਜਿਹੜਾ ਹੈ ਉਹ ਲੱਭਣਾ ਪੈਣਾ। ਤੁਹਾਨੂੰ ਹੋਰ ਦੱਸਾਂ, ਕਿਤੇ ਤੁਹਾਨੂੰ ਜਪਜੀ ਸਾਹਿਬ ਗੁਰਦੁਆਰਾ ਨਹੀਂ ਮਿਲੇਗਾ, ਕਿਤੇ ਤੁਹਾਨੂੰ ਆਨੰਦ ਸਾਹਿਬ ਗੁਰਦੁਆਰਾ ਨਹੀਂ ਮਿਲੇਗਾ, ਪਰ ਤੁਹਾਨੂੰ ਚੌਪਈ ਸਾਹਿਬ ਗੁਰਦੁਆਰਾ ਮਿਲ ਜਾਏਗਾ। ਇੱਥੇ ਚੌਪਈ ਦੀ ਕਹਿੰਦੇ ਰਚਨਾ, ਮਤਲਬ ਜਿਹੜੀਆਂ ਚੀਜ਼ਾਂ ਨੂੰ ਸਾਡੇ ਸਿੱਖ ਧਰਮ ਵਿੱਚ, ਸਾਡੇ ਇਤਿਹਾਸ ਵਿੱਚ ਪੱਕੇ ਪੈਰੀ ਕਰਨਾ ਸੀ ਨਾ, ਉਹਨਾਂ ਨਾਂ 'ਤੇ ਗੁਰਦੁਆਰੇ ਬਣਾ ਦਿੱਤੇ। ਹਾਲਾਂਕਿ ਚੌਪਈ ਨਾਂ ਦੀ ਰਚਨਾ ਕਿਤੇ ਨਹੀਂ ਹੈ। ਚੌਪਈ ਜਿਹਦਾ ਪਾਠ ਕਰਦੇ ਆ, ਉਹ ਭਾਈ ਚਰਿੱਤਰ ਨੰਬਰ 404 ਦੇ 377 ਨੰਬਰ ਬੰਦ ਤੋਂ ਲੈ ਕੇ ਤੇ 401 ਨੰਬਰ ਬੰਦ ਤੱਕ ਹੈ, 25 ਬੰਦ ਹੈ। ਉਹਦੇ 405 ਬੰਦ ਪੂਰੇ ਨੇ, ਇੱਕ ਚਰਿੱਤਰ ਹੈ। 404 ਚਰਿੱਤਰਾਂ ਵਿੱਚੋਂ ਇੱਕ ਚਰਿੱਤਰ ਹੈ ਬਈ ਉਹ। ਔਰ ਕਿਉਂਕਿ ਸਾਡੇ ਵਿੱਚ ਚੌਪਈ ਪੱਕੀ ਕਰਨੀ ਸੀ, ਇਸ ਲਈ ਚੌਪਈ ਸਾਹਿਬ ਗੁਰਦੁਆਰਾ ਬਣਾ ਦਿੱਤਾ। ਇਵੇਂ ਇਹ ਸਾਰਾ ਕੁਝ ਇਵੇਂ ਹੀ ਆ। ਬਹੁਤ ਡੂੰਘੀ ਸਾਜ਼ਿਸ਼ ਹੋਈ ਹੈ ਔਰ ਬਹੁਤ ਡੂੰਘਾਈ ਦੇ ਨਾਲ ਸਾਨੂੰ ਖੋਜ ਕਰਨ ਦੀ ਲੋੜ ਹੈ। ਨਹੀਂ, ਇਹਨਾਂ ਨੇ ਸਿੱਖੀ ਦਾ ਭੋਗ ਪਾਇਆ ਹੋਇਆ ਔਰ ਸਾਡੇ ਸਾਰੇ ਪ੍ਰਚਾਰਕ, ਸਾਡਾ ਸਾਰਾ ਧਾਰਮਿਕ ਤਾਣਾ ਬਾਣਾ ਇਹਨਾਂ ਸਾਡੇ ਸਿੱਖੀ ਦੇ ਦੁਸ਼ਮਣਾਂ ਨਾਲ ਰਲਿਆ ਹੋਇਆ। ਇਸੇ ਕਰਕੇ ਅਸੀਂ ਅੱਜ ਤਰਾਹ ਕਰਦੇ ਪਏ ਹਾਂ। ਸਾਡੇ ਪੈਰ ਨਹੀਂ ਜੇ ਲੱਗਦੇ ਪਏ। ਜਦੋਂ 15-20 ਸਾਲ 30 ਸਾਲ ਥੋੜ੍ਹੇ ਸੁੱਖ ਦੇ ਬਤੀਤ ਹੁੰਦੇ ਨੇ, ਕੁਝ ਨਾ ਕੁਝ ਹੋਰ ਕਹਾਣੀ ਪਾ ਕੇ ਸਾਨੂੰ ਫਿਰ ਗੁੰਮਰਾਹ ਕਰ ਦਿੱਤਾ ਜਾਂਦਾ। ਸਿੱਖ ਨੌਜਵਾਨੀ ਨੂੰ ਖਤਮ ਕਰਨ ਦਾ ਰਾਹ ਲੱਭ ਲਿਆ ਜਾਂਦਾ। ਮੈਂ ਇਹੀ ਬੇਨਤੀ ਕਰਾਂਗਾ ਕਿ ਭਾਈ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੀਏ। ਇਹ ਇਤਿਹਾਸਕ ਗ੍ਰੰਥਾਂ ਨੂੰ ਪਾਸੇ ਰੱਖ ਦਿਓ। ਜਿਹਨੂੰ ਇਤਿਹਾਸਕ ਗ੍ਰੰਥ ਕਹਿੰਦੇ, ਕੋਈ ਇਤਿਹਾਸਕ ਗ੍ਰੰਥ ਨਹੀਂ ਹੈ। ਇਹ ਸਾਨੂੰ ਖਤਮ ਕਰਨ ਦਾ ਇੱਕ ਐਟਮ ਬੰਬ ਨੇ, ਇਹ ਮਟੀਰੀਅਲ ਹੈ ਪੂਰੀ ਤਰ੍ਹਾਂ। ਇਸ ਨੂੰ ਪਾਸੇ ਰੱਖ ਕੇ ਗਿਆਨਵਾਨ ਬਣ ਕੇ, ਸੋਝੀਵਾਨ ਬਣ ਕੇ, ਸਿਆਣੇ ਬਣ ਕੇ ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ ਕੋਈ ਚੰਗੇ ਉਪਰਾਲੇ ਕਰੀਏ। ਕੋਈ ਸਮਾਜ ਨੂੰ ਉਚੇਰਾ ਲਿਜਾਣ ਲਈ ਕੋਈ ਨਵੀਆਂ ਖੋਜਾਂ ਕਰੀਏ, ਕੋਈ ਨਵੇਂ ਢੰਗ ਤਰੀਕੇ ਲੱਭੀਏ ਇੱਕ ਜ਼ਿੰਦਗੀ ਨੂੰ ਸੁਖੈਨ ਬਣਾਉਣ ਲਈ, ਸਮਾਜ ਨੂੰ ਸੋਹਣਾ ਬਣਾਉਣ ਲਈ। ਜੋ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਜੇ ਇਹ ਖੋਜ ਦਾ ਕਾਰਜ ਚੰਗਾ ਲੱਗੇ ਤਾਂ ਮੇਰੀ ਵੀਡੀਓ ਨੂੰ ਪਸੰਦ ਕਰੋ, ਸਾਂਝਾ ਕਰੋ। ਮੇਰੇ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਐਮ.ਏ. ਨੂੰ ਸਬਸਕ੍ਰਾਈਬ ਕਰੋ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।